ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇੱਥੇ ਆਪਾਂ ਗੱਲ ਕਰ ਰਹੇ ਹਾਂ ਜੱਟਾਂ ਦੀਆਂ ਗੋਤਾਂ ਬਾਰੇ। ਜੱਟਾਂ ਦੀਆਂ ਕੁੱਲ 101 ਗੋਤਾਂ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਦਲਿਓ ਗੋਤ ਬਾਰੇ। ਇਸ ਗੋਤ ਦਾ ਮੁੱਢੀ ਦਲਿਓ ਸੀ, ਜੋ ਰਾਜਾ ਜਗਦੇਓ ਦੀ ਵੰਸ਼ ਵਿੱਚੋਂ ਸੀ। ਦਲਿਓ, ਦਲੇਰ ਤੇ ਦੁਲਹਿ ਇੱਕੋ ਹੀ ਗੋਤ ਹੈ। ਵੱਖ-ਵੱਖ ਖੇਤਰਾਂ ਵਿੱਚ ਉਚਾਰਨ ਵਿੱਚ ਫਰਕ ਪੈ ਗਿਆ। ਦਲਿਓ ਦਾ ਅਰਥ ਦਲਜੀਤ ਹੈ। ਦਲੇ ਇਸ ਦਾ ਛੋਟਾ ਰੂਪ ਹੈ। ਦਲੇ ਬਦਲਿਆ ਹੋਇਆ ਤੰਤਭਵ ਰੂਪ ਹੈ। ਸ਼ਬਦ ਤੇ ਸਰੂਪ ਦੇ ਅਰਥ ਦਾ ਆਪਸ ਵਿੱਚ ਆਤਮਾ ਤੇ ਸਰੀਰ ਦਾ ਸੰਬੰਧ ਹੁੰਦਾ ਹੈ। ਪੰਜਾਬ ਦੇ ਕੁਝ ਜੱਟ ਰਾਜਪੂਤ ਤੇ ਖੱਤਰੀਆਂ ਵਿੱਚੋਂ ਹੈ। ਰਿਗਵੇਦ ਸਮੇਂ ਦੇ ਜੱਟ ਕਬੀਲੇ ਵੀ ਕਾਫੀ ਹੈ। ਸੰਧੂ, ਵਿਰਕ ਤੇ ਕੰਗ ਆਦਿ ਜੱਟ ਕਬੀਲਿਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਪੰਜਾਬ ਦੇ ਬਹੁਤੇ ਜੱਟ ਸਿੰਧ, ਰਾਜਸਥਾਨ, ਹਰਿਆਣਾ, ਮਹਾਰਾਸ਼ਟਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਵਿੱਚੋਂ ਆਏ ਹੈ। ਵਿਦੇਸ਼ੀਆਂ ਦੇ ਹਮਲਿਆਂ ਸਮੇਂ ਕਈ ਜੱਟ ਕਬੀਲੇ ਮੱਧ ਪ੍ਰਦੇਸ਼ ਤੇ ਮਾਲਵਾ ਖੇਤਰ ਵਿੱਚ ਜਾ ਕੇ ਵਸੇ ਸੀ। ਮੁਸਲਮਾਨਾਂ ਦੇ ਹਮਲਿਆਂ ਸਮੇਂ ਫਿਰ ਪੰਜਾਬ ਵਿੱਚ ਵਾਪਸ ਆ ਗਏ। ਦਲਿਓ ਜੱਟ ਪਰਮਾਰ ਰਾਜਪੂਤਾਂ ਵਿੱਚੋਂ ਹੈ। ਪਰਮਾਰਾਂ ਦੀਆਂ 36 ਸ਼ਾਖਾਂ ਹੈ। ਪਰਮਾਰ ਅਗਨੀਕੁਲ ਰਾਜਪੂਤ ਹੈ। ਰਾਜਪੂਤਾਂ ਦੇ 36 ਸ਼ਾਹੀ ਗੋਤ ਹੈ। ਪਰਮਾਰ ਵੀ ਸ਼ਾਹੀ ਗੋਤਾਂ ਵਿੱਚੋਂ ਹੀ ਹੈ। ਪੱਟੀਆਂ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਪਰਮਾਰ ਰਾਜਪੂਤਾਂ ਦਾ ਬੋਲਬਾਲਾ ਸੀ। ਰਾਜਾ ਜਗਦੇਓ ਪਰਮਾਰ 1066 ਈਸਵੀ ਦੇ ਲਗਭਗ ਤਾਰਾ ਨਗਰੀ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਵਿੱਚ ਰਾਜਾ ਉਦੈਦਿਤ ਦੇ ਘਰ ਪਰਮਾਰ ਵੰਸ਼ ਵਿੱਚ ਪੈਦਾ ਹੋਇਆ। ਤਾਰਾ ਨਗਰੀ ਦਾ ਅਰਥ ਹੈ ਤਲਵਾਰ ਧਾਰ ਦਾ ਸ਼ਹਿਰ। ਆਹ ਇਲਾਕਾ ਮੱਧ ਪ੍ਰਦੇਸ਼ ਦੇ ਮਾਲਵਾ ਪਠਾਨ ਵਿੱਚ ਪੈਂਦਾ ਹੈ। ਇਸ ਦੇ ਆਲੇ ਦੁਆਲੇ ਹਰਿਆਲੀ ਭਰਪੂਰ ਛੋਟੀਆਂ-ਛੋਟੀਆਂ ਪਹਾੜੀਆਂ ਹੈ। ਸ਼ਹਿਰ ਵਿੱਚ ਸਾਰਾ ਸਾਲ ਮੌਸਮ ਬੜਾ ਸੁਹਾਵਣਾ ਰਹਿੰਦਾ ਹੈ। ਤਾਰਾ ਇੰਦੌਰ ਤੋਂ ਲਗਭਗ 64 ਕਿਲੋਮੀਟਰ ਦੂਰ ਹੈ। ਆਹ ਮੱਧ ਪ੍ਰਦੇਸ਼ ਦਾ ਬਹੁਤ ਹੀ ਪ੍ਰਸਿੱਧ ਤੇ ਇਤਿਹਾਸਕ ਸ਼ਹਿਰ ਹੈ। ਇਸੇ ਸਮੇਂ ਆਹ ਸ਼ਹਿਰ ਪਰਮਾਰ ਰਾਜਪੂਤਾਂ ਦੀ ਰਾਜਧਾਨੀ ਸੀ। ਰਾਜਾ ਭੇਜ ਵੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੋਇਆ। ਆਹ ਰਾਜਾ ਜਗਦੇਓ ਦਾ ਦਾਦਾ ਸੀ। ਇਸ ਨੇ 1026 ਈਸਵੀ ਵਿੱਚ ਮਹਿਮੂਦ ਗਜਨਵੀ ਨੂੰ ਗਵਾਲੀਅਰ ਦੇ ਇਲਾਕੇ ਵਿੱਚੋਂ ਹਰਾ ਕੇ ਭਜਾ ਦਿੱਤਾ ਸੀ। ਰਾਜੇ ਭੇਜ ਦੀ ਮੌਤ 1066 ਈਸਵੀ ਦੇ ਲਗਭਗ ਹੋਈ। ਸੂਰਜਵੰਸ਼ੀ ਰਾਜਾ ਵਿਕਰਮਾਦਿੱਤੇ ਵੀ ਇਸ ਵੰਸ਼ ਦਾ ਵਡੇਰਾ ਸੀ। ਰਾਜਾ ਜਗਦੇਓ ਦੇ ਘਰੇਲੂ ਕਾਰਨ ਕਰਕੇ ਤਾਰਾ ਨਗਰੀ ਦਾ ਰਾਜ ਆਪਣੇ ਮਤੇਰੇ ਭਰਾ ਰਣਧੈਲ ਨੂੰ ਸੰਭਲਾ ਦਿੱਤਾ। ਆਪਣੇ ਪੁੱਤਰ ਜਗਸੋਲ ਤੇ ਹੋਰ ਰਾਜਪੂਤ ਤੇ ਜੱਟ ਕਬੀਲਿਆਂ ਨੂੰ ਨਾਲ ਲੈ ਕੇ ਰਾਜਸਥਾਨ ਰਾਹੀਂ ਪੰਜਾਬ ਆ ਕੇ ਮਹਿਮੂਦ ਗਜਨਵੀ ਦੀ ਵੰਸ਼ ਨਾਲ ਟਾਕਰਾ ਕਰਕੇ ਪੰਜਾਬ ਦੇ ਮਾਲਵਾ ਖੇਤਰ ਤੇ ਕਬਜ਼ਾ ਕਰ ਲਿਆ। ਮੁਸਲਮਾਨ ਰਾਜਾ ਸ਼ਹਿਦੂਰ ਸਰਹੰਦ ਦਾ ਇਲਾਕਾ ਛੱਡ ਕੇ ਲਾਹੌਰ ਵੱਲ ਭੱਜ ਗਿਆ। ਜਗਦੇਓ ਪਰਮਾਰ ਨੇ ਜਰਗ ਵਿੱਚ ਆਪਣਾ ਕਿਲਾ ਬਣਾ ਕੇ ਮਾਲਵਾ ਵਿੱਚ 1160 ਈਸਵੀ ਤੱਕ ਰਾਜ ਕੀਤਾ। ਜਗਦੇਓ ਦੇ ਪੋਤੇ ਛੱਪਾ ਰਾਏ ਨੇ 1140 ਈਸਵੀ ਵਿੱਚ ਛਪਾਰ ਵਸਾਇਆ ਤੇ ਬੋਪਾ ਰਾਏ ਨੇ ਬੋਪਾ ਰਾਏ ਨਵਾਂ ਸ਼ਹਿਰ ਆਬਾਦ ਕੀਤਾ। ਜਰਗ ਦਾ ਕਿਲਾ ਵੀ 1125 ਈਸਵੀ ਦੇ ਲਗਭਗ ਬਣਾਇਆ। ਹੁਣ ਇਸ ਪ੍ਰਾਚੀਨ ਤੇ ਇਤਿਹਾਸਕ ਕਿਲੇ ਦੀ ਹਾਲਤ ਬਹੁਤ ਖਸਤਾ ਹੈ। ਰਾਜੇ ਜਗਦੇਓ ਨੇ ਮਾਝੇ ਵਿੱਚ ਵੀ ਇੱਕ ਪਿੰਡ ਜਗਦੇਓ ਕਲਾ ਵਸਾਇਆ। ਅੱਜਕੱਲ ਇਸ ਪਿੰਡ ਵਿੱਚ ਢਾਲੀਵਾਲ ਤੇ ਗਿੱਲ ਗੋਤ ਦੇ ਲੋਕ ਰਹਿੰਦੇ ਹਨ। ਜਗਦੇਓ ਦੀ ਵੰਸ਼ ਦੇ ਭਾਈਚਾਰੇ ਦੇ ਬਹੁਤ ਲੋਕ ਜਰਗ ਦੇ ਇਰਦ ਗਿਰਦ ਮਾਲਵੇ ਵਿੱਚ ਆਬਾਦ ਹੈ। ਪੰਡਤ ਕਿਸ਼ੋਰੀ ਚੰਦ ਤੇ ਛੱਜੂ ਸਿੰਘ ਨੇ ਰਾਜੇ ਜਗਦੇਓ ਬਾਰੇ ਪੰਜਾਬੀ ਵਿੱਚ ਕਿੱਸੇ ਵੀ ਲਿਖੇ ਹੈ। ਇੱਕ ਅੰਗਰੇਜ਼ ਵਿਦਵਾਨ ਆਰ.ਸੀ. ਟੈਂਪਲ ਨੇ ਆਪਣੀ ਕਿਤਾਬ ਦਾ ਲੀਜੈਂਡ ਆਫ ਦਾ ਪੰਜਾਬ ਵਿੱਚ ਰਾਜੇ ਜਗਦੇਓ ਬਾਰੇ ਇੱਕ ਪੁਰਾਣੀ ਲੋਕ ਕਥਾ ਲਿਖੀ ਹੈ। ਦਿਓਲ ਜੱਟ ਇਸ ਗੋਤ ਦੇ ਵੰਸ਼ ਵਿੱਚੋਂ ਹੈ। ਪ੍ਰਸਿੱਧ ਅੰਗਰੇਜ਼ ਵਿਦਵਾਨ H.A. ਰੋਜ਼ ਨੇ ਆਪਣੀ ਕਿਤਾਬ ਏ ਗੈਲੈਕਸੀ ਆਫ ਦੀ ਟਰਬਜ਼ ਐਂਡ ਕਾਸਟਮ ਆਫ ਦੀ ਪੰਜਾਬ ਤੇ ਲਿਖਿਆ ਹੈ ਕਿ ਦਲਿਓ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਸ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੈ। ਕਹਿੰਦੇ ਹੈ ਕਿ ਜਗਦੇਓ ਦੇ 5 ਪੁੱਤਰ ਸੀ: ਦਲਿਓ, ਦੇਵਲ, ਔਲਖ, ਬਲਿੰਗ ਤੇ ਪਾਮਰ। ਰਾਜਾ ਜੈ ਪੰਗਾਲ ਨੇ ਪਟਨੀ ਨਾਲ ਵਚਨ ਕੀਤਾ ਸੀ ਕਿ ਉਹ ਜਗਦੇਓ ਨਾਲੋਂ 10 ਗੁਣਾ ਵੱਧ ਦਾਨ ਦੇਵੇਗਾ। ਪਟਨੀ ਦਾ ਨਾਮ ਕਾਂਗਲੀ ਸੀ। ਜਗਦੇਓ ਨੇ ਆਪਣਾ ਸਿਰ ਕੱਟ ਕੇ ਪਟਨੀ ਨੂੰ ਭੇਟ ਕਰਤਾ। ਪਟਨੀ ਨੇ ਆਪਣੀ ਸ਼ਕਤੀ ਨਾਲ ਸਿਰ ਦੁਬਾਰਾ ਲਾ ਦਿੱਤਾ। ਇਸ ਲਈ ਜਗਦੇਓ ਵੰਸ਼ ਦੇ ਲੋਕਾਂ ਦੀ ਗਰਦਨ ਥੋੜੀ ਛੋਟੀ ਹੁੰਦੀ ਹੈ। ਆਹ ਇੱਕ ਮਿਥਿਹਾਸਕ ਘਟਨਾ ਹੈ। ਸੰਤ ਵਿਸ਼ਾਖਾ ਸਿੰਘ ਨੇ ਮਾਲਵਾ ਇਤਿਹਾਸ ਭਾਗ ਪਹਿਲਾ ਵਿੱਚ ਫੁੱਟਨੋਟ ਵਿੱਚ ਲਿਖਿਆ ਹੈ ਕਿ ਸਾਧਾਰਨ ਲੋਕਾਂ ਤੇ ਭੱਟਾਂ ਦੇ ਕਥਨ ਅਨੁਸਾਰ ਜਗਦੇਓ ਨੇ ਜੈ ਸਿੰਘ ਦੀ ਸਭਾ ਵਿੱਚ ਕਪਾਲ ਪਟਨੀ ਨੂੰ ਸੀਸ ਦਿੱਤਾ ਸੀ, ਪਰ ਨਵੀਨ ਖੋਜ ਅਨੁਸਾਰ ਚੈਤ ਸੁਦੀ ਐਤਵਾਰ 1094 ਧਾਰਾ ਵਿੱਚ ਦਿੱਤਾ ਸੀ। ਸੁਣੀਆਂ ਸੁਣਾਈਆਂ ਗੱਲਾਂ ਤੇ ਰਵਾਇਤਾਂ ਨਾਲ ਕਈ ਵਾਰ ਸਾਡੇ ਇਤਿਹਾਸ ਵਿੱਚ ਮਿੱਥ ਵੀ ਰਲ ਜਾਂਦੀ ਹੈ। ਇਸ ਦੀ ਕਿਸੇ ਲਿਖਿਤ ਭਰੋਸੇਯੋਗ ਵਸੀਲੇ ਤੋਂ ਹੀ ਪ੍ਰੋੜਤਾ ਹੋਣੀ ਚਾਹੀਦੀ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਮਿੱਥ ਬਹੁਤ ਹੈ। ਅਸੀਂ ਹਜੇ ਤੱਕ ਵੀ ਆਪਣੇ ਪੁਰਾਣੇ ਇਤਿਹਾਸ ਦੀ ਠੀਕ ਖੋਜ ਨਹੀਂ ਕੀਤੀ। ਦਲਿਓ ਗੋਤ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੈ। 1630 ਈਸਵੀ ਦੇ ਲਗਭਗ ਮੁਗਲਾਂ ਦੇ ਰਾਜ ਸਮੇਂ ਉੱਚਾ ਪਿੰਡ
ਥੇ ਸੰਗੋਲ ਤੋਂ ਕਿਸੇ ਘਟਨਾ ਕਾਰਨ ਉੱਜੜ ਕੇ ਦਲਿਓ ਭਾਈਚਾਰੇ ਦੇ ਲੋਕ ਮਾਨਸਾ ਵੱਲ ਚਲੇ ਗਏ ਤੇ ਭੀਖੀ ਦੇ ਨਜ਼ਦੀਕ ਆਬਾਦ ਹੋ ਗਏ। ਭੀਖੀ ਦੇ ਇਲਾਕੇ ਉਸ ਸਮੇਂ ਗੈਂਡੇਚਹਿਲ ਨੇ ਇਹਨਾਂ ਨੂੰ ਮਿੱਤਰ ਬਣਾ ਕੇ ਆਪਣੇ ਇਲਾਕੇ ਵਿੱਚ ਹੀ ਵਸਾ ਲਿਆ। ਸਰਹੰਦ ਦੇ ਕੱਡੇ ਦਲਿਓ ਭਾਈਚਾਰੇ ਦੇ ਮੁਖੀ ਧੀਰੋਂ ਨੇ ਆਪਣੇ ਗੋਤ ਦੇ ਨਾਮ ਤੇ ਦਲਿਓ ਪਿੰਡ ਦੀ ਮੋਢੀ ਗੱਡੀ। ਕੁਝ ਸਮੇਂ ਮਗਰੋਂ ਇਸ ਪਿੰਡ ਦਾ ਨਾਮ ਧਲਿਓ ਪੈ ਗਿਆ, ਫਿਰ ਬਦਲ ਕੇ ਧਲੇਵਾਂ ਪ੍ਰਚਲਿਤ ਹੋ ਗਿਆ। ਆ ਦਲਿਓ ਗੋਤ ਦਾ ਮੋਢੀ ਪਿੰਡ ਹੈ। ਧੀਰੇ ਦੇ ਛੋਟੇ ਭਰਾ ਬੀਰੋ ਨੇ ਆਪਣੇ ਨਾਮ ਤੇ ਨਵਾਂ ਪਿੰਡ ਬੀਰੋ ਕੇ ਵਸਾਇਆ ਸੀ। ਦਲਿਓ ਭਾਈਚਾਰੇ ਦੇ ਸਾਰੇ ਹੀ ਲੋਕ ਗੈਂਡੇਚਹਿਲ ਦੇ ਪੱਕੇ ਸਮਰਥਕ ਸੀ। ਬਿਛਵਾਣਾ ਤੇ ਦੋਦੜੇ ਦੇ ਲੋਕ ਰਾਜੇ ਹੋੜੀ ਦੇ ਸਮਰਥਕ ਸੀ। ਇਸ ਕਾਰਨ ਰਾਜੇ ਹੋੜੀ ਤੇ ਹਿਮਾਇਤਾਂ ਤੇ ਰਾਜੇ ਗੈਂਡੇਚਹਿਲ ਦੇ ਹਿਮਾਇਤਾਂ ਵਿਚਕਾਰ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ। ਦਲਿਓ ਲੜਾਕੇ ਤੇ ਭੋਲੇ ਸੀ। ਸ਼ਾਹੀ ਰਾਜਪੂਤਾਂ ਵਿੱਚੋਂ ਹੋਣ ਕਾਰਨ ਇਹਨਾਂ ਨੂੰ ਦਲਿਓ ਪਾਤਸ਼ਾਹ ਵੀ ਕਿਹਾ ਜਾਂਦਾ ਸੀ। ਇਹਨਾਂ ਦੇ ਵਡੇਰੇ ਜਗਦੇਓ ਨੇ ਮਾਰਵਾੜ ਵਿੱਚ ਵੀ ਰਾਜ ਕੀਤਾ ਸੀ। ਗੈਂਡੇਚਹਿਲ ਨੇ ਦਲੇਵਾਂ ਨੂੰ ਖੁਸ਼ ਕਰਨ ਲਈ 18,444 ਬਿਘੇ ਜ਼ਮੀਨ ਬਖਸ਼ਿਸ਼ ਦੇ ਤੌਰ ਤੇ ਦਿੱਤੀ ਸੀ। 1860 ਦੇ ਬੰਦੋਬਸਤ ਵੇਲੇ ਦਲੇਵਾਂ ਦਾ ਸਰਕਾਰਾਂ ਨਾਲ ਮਾਲੀਆ ਦੇਣ ਤੇ ਸਵਾਲ ਤੇ ਕਾਫੀ ਝਗੜਾ ਹੋਇਆ ਸੀ। ਪਹਿਲਾਂ ਦਲੇਵਾਂ ਦਾ ਮਾਲੀਆ ਮਾਫ ਸੀ। ਮਾਰਚ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਇੱਕ ਸ਼ਰਧਾਲੂ ਸੰਤ ਤੁਲਸੀਦਾਸ ਨੂੰ ਮਿਲਣ ਲਈ ਧਲੇਵਾ ਪਿੰਡ ਆਏ। ਇਸ ਸੰਤ ਦੀ ਸਮਾਧ ਗੁਰੂ ਘਰ ਵਿੱਚ ਹੀ ਹੈ। ਲੋਕਾਂ ਤਾਂ ਗੁਰੂ ਜੀ ਨੂੰ ਇੱਕ ਸਧਾਰਨ ਸੰਤ ਹੀ ਸਮਝਿਆ, ਪਰ ਦਲੇਵਾਂ ਦੀਆਂ ਇਸਤਰੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਨੇ ਖੁਸ਼ ਹੋ ਕੇ ਸਾਰਿਆਂ ਨੂੰ ਸਿੱਖੀ ਦਾ ਵਰ ਦਿੱਤਾ। ਧਲੇਵਾ ਬਹੁਤ ਵੱਡਾ ਪਿੰਡ ਹੈ। ਇਸ ਦੀ 6 ਪੱਤੀਆਂ ਹੈ। ਮੋਹਨ ਸਿੰਘ ਵਾਲਾ, ਟਾਹਲੀਆਂ, ਅਹਿਮਦਪੁਰਾ, ਸਦਾਨੀਆਂ ਆਦਿ ਨੇੜੇ ਦੇ ਪਿੰਡ ਦੇ ਲੋਕ ਇਸ ਪਿੰਡ ਵਿੱਚੋਂ ਹੀ ਆ ਕੇ ਆਬਾਦ ਹੋਏ ਸੀ। ਧਲੇਵਾ ਦੇ ਕੁਝ ਦਲਿਓ ਜੱਟ ਮਸੀਤਾਂ, ਬਹਾਵਵਾਲਾ, ਬਸਨਾ, ਕੋਟ ਖੁਰਦ ਵਿੱਚ ਆਪਣੀਆਂ ਜ਼ਮੀਨਾਂ ਖਰੀਦ ਕੇ ਆਬਾਦ ਹੋ ਗਏ। ਹਰਿਆਣਾ ਦੇ ਜ਼ਿਲ੍ਹਾ ਕੈਥਲ ਤਹਿਸੀਲ ਗੋਹਲਾ ਵਿੱਚ ਚੀਕਾ ਪਿੰਡ ਖਰੀਦੋ ਵਿੱਚ ਵੀ ਧਲੇਵਾ ਪਿੰਡ ਦੇ ਕੁਝ ਦਲਿਓ ਗੋਤ ਦੇ ਲੋਕ ਜਾ ਕੇ ਆਬਾਦ ਹੋਏ। ਮਾਨਸਾ ਜ਼ਿਲ੍ਹੇ ਦੀ ਬੁੱਢ ਲਾਡਾ ਤਹਿਸੀਲ ਵਿੱਚ ਬੀਰੋਕੇ ਪਿੰਡ ਵੀ ਦਲਿਓ ਜੱਟਾਂ ਦਾ ਉਂਗਾ ਪਿੰਡ ਹੈ। ਮਹਾਨ ਅਕਾਲੀ ਲੀਡਰ ਸੰਤ ਫਤਿਹ ਸਿੰਘ ਦੇ ਨਾਨਕੇ ਵੀ ਬੀਰੋਕੇ ਕਲਾ ਪਿੰਡ ਵਿੱਚ ਦਲਿਓ ਗੋਤ ਦੇ ਜੱਟਾਂ ਦੇ ਘਰ ਹੀ ਸੀ। ਬੀਰੋਕੇ ਕਲਾ ਪਿੰਡ ਵਿੱਚ ਬਹੁ ਗਿਣਤੀ ਦਿਓਲ ਗੋਤ ਦੇ ਜੱਟਾਂ ਦੀ ਹੈ। ਔਲਖਾਂ ਦੇ 4-5 ਘਰ ਹੀ ਹੈ। ਬੀਰੋਕੇ ਦੇ ਪੋਤੇ ਜੀਤ ਨੇ ਬੀਰੋਕੇ ਦੇ ਪਾਸ ਨਵਾਂ ਪਿੰਡ ਜੀਤਗੜ੍ਹ, ਜਿਸ ਨੂੰ ਬੀਰੋਕੇ ਖੁਰਦ ਵੀ ਕਿਹਾ ਜਾਂਦਾ ਹੈ, ਵਸਾਇਆ ਸੀ। ਇਸ ਛੋਟੇ ਪਿੰਡ ਵਿੱਚ ਬਹੁ ਗਿਣਤੀ ਦਿਓਲ ਗੋਤ ਦੇ ਜੱਟਾਂ ਦੀ ਹੈ। ਬੀਰੋਕੇ ਕਲਾ ਤੋਂ 1830 ਈਸਵੀ ਦੇ ਲਗਭਗ ਲੱਖਾ ਦਲਿਓ ਆਪਣੇ 3 ਭਰਾਵਾਂ ਨੂੰ ਨਾਲ ਲੈ ਕੇ ਚੰਨੂ ਪਿੰਡ ਆ ਗਿਆ। ਉਸ ਦੇ ਨਾਲ ਉਸ ਦੇ ਰਿਸ਼ਤੇਦਾਰ ਵਿਰਕ ਤੇ ਢਿੱਲੋਂ ਵੀ ਸੀ। ਚੰਨੂ ਪਿੰਡ ਵਿੱਚ ਲੱਖੇ ਤੇ ਉਸ ਦੇ ਭਰਾਵਾਂ ਦੀ ਇੱਕ ਪੂਰੀ ਦੁਲੇ ਪੱਤੀ ਹੈ। ਇਸ ਪੱਤੀ ਦਾ ਮਾਲਕ ਰਾਮ ਸਿੰਘ ਦਲੇ ਲੱਖੇ ਦਾ ਇੱਕੋ ਲੜਕਾ ਸੀ। ਬਾਬਾ ਰਾਮ ਸਿੰਘ ਦਲੇ ਇਨ੍ਹਾਂ ਸਤਰਾਂ ਦੇ ਲੇਖਕ ਦਾ ਵਡੇਰਾ ਸੀ। ਉਹ ਦਲੇਵਾਂ ਨੂੰ ਪਰਮਾਰ ਰਾਜਪੂਤਾਂ ਵਿੱਚੋਂ ਸਮਝਦਾ ਸੀ। ਬੁੱਟਰ, ਔਲਖ ਤੇ ਸੇਖੋ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦਾ ਸੀ। ਚੰਨੂ ਪਿੰਡ ਤੋਂ ਕੁਝ ਦਲੇ ਜੱਟ ਰਾਜਸਥਾਨ ਦੇ ਨਕੇਰਾ ਪਿੰਡ ਵਿੱਚ ਵੀ ਜਾ ਕੇ ਕਾਫੀ ਸਮੇਂ ਤੱਕ ਵਸੇ ਰਹੇ। ਮੁਕਤਸਰ ਦੇ ਇਲਾਕੇ ਵਿੱਚ ਚੰਨੂ ਦਲਿਆਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ। ਆਕਲੀਏ ਤੇ ਬਾਂਡੀ ਵੀ ਦਲੇਵਾਂ ਦੇ ਕੁਝ ਘਰ ਹੈ। ਬਠਿੰਡੇ ਦੇ ਜ਼ਿਲ੍ਹਾ ਵਿੱਚ ਘੁੰਦੇ ਤੇ ਝੁੰਬੇ ਵੀ ਦਿਓਲਾਂ ਦੇ ਕਾਫੀ ਘਰ ਹੈ। ਇਨ੍ਹਾਂ ਦਾ ਪਿਛੋਕੜ ਵੀ ਭੀਖੀ ਦੇ ਪਿੰਡ ਧਲੇਵਾਂ ਤੇ ਬੀਰੋਕੇ ਹੀ ਹੈ। ਮਾਨਸਾ ਤੇ ਬਠਿੰਡੇ ਦੇ ਲੋਕ ਆਪਣਾ ਗੋਤ ਦਲਿਓ ਲਿਖਦੇ ਹੈ। ਮੁਕਤਸਰ, ਡੱਬਵਾਲੀ ਤੇ ਹਬੋਰ ਦੇ ਖੇਤਰ ਦੇ ਜੱਟ ਆਪਣਾ ਗੋਤ ਦਲੇਹ ਲਿਖਦੇ ਹੈ। ਆਹ ਦਲਿਓ ਸ਼ਬਦ ਦਾ ਛੋਟਾ ਰੂਪ ਹੈ। ਮਾਨਸਾ ਦੇ ਇਲਾਕੇ ਵਿੱਚ ਦਲਿਓ ਗੋਤ ਬਾਰੇ ਇੱਕ ਪੁਰਾਣੀ ਕਹਾਵਤ ਹੈ, ਗੋਤ ਤਾਂ ਸਾਡੀ ਵੀ ਪੁੱਟੇ ਪਰ ਅਸੀਂ ਦਿਓਲ ਕਹਿ ਕੇ ਛੁੱਟੇ। ਇਸ ਕਹਾਵਤ ਦੇ ਪਿਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਪਰਮਾਰਾਂ ਦੀ ਪੁੱਟੇ ਸ਼ਾਖਾ ਤੇ ਕੁਝ ਲੋਕ ਮੁਸਲਮਾਨਾਂ ਦਾ ਟਾਕਰਾ ਕਰਦੇ ਕਰਦੇ ਕਿਸੇ ਕਿਲੇ ਵਿੱਚ ਘਿਰ ਕੇ ਹਾਰ ਗਏ ਸੀ। ਕੁਝ ਸਿਆਣੇ ਲੋਕ ਦੁਸ਼ਮਣਾਂ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰੇ ਦਾ ਨਾਮ ਤੇ ਆਪਣਾ ਗੋਤ ਦੱਸ ਕੇ ਕਿਲੇ ਤੋਂ ਬਾਹਰ ਆ ਕੇ ਬਚ ਗਏ। ਕਿਲੇ ਵਿੱਚ ਘਿਰੇ ਲੋਕਾਂ ਦਾ ਮੁਸਲਮਾਨਾਂ ਨੇ ਕਤਲੇਆਮ ਕਰਤਾ ਜਾਂ ਉਹਨਾਂ ਨੂੰ ਮੁਸਲਮਾਨ ਬਣਾ ਕੇ ਛੱਡਿਆ। ਇਸ ਲੜਾਈ ਵਿੱਚ ਪਰਮਾਰ ਰਾਜਪੂਤਾਂ ਦਾ ਜਾਨੀ ਮਾਨੀ ਕਾਫੀ ਨੁਕਸਾਨ ਹੋਇਆ। ਬੁੱਟਰ ਦੀ ਵੰਸ਼ ਬਾਹਰ ਸੀ। ਉਸਨੇ ਵੀ ਆਪਣਾ ਪੁਰਾਣਾ ਗੋਤ ਪੁੱਟੇ ਛੱਡ ਕੇ ਨਵਾਂ ਗੋਤ ਬੁੱਟਰ ਹੀ ਰੱਖ ਲਿਆ। ਬੁੱਟਰ ਦਲਿਓ ਤੇ ਪੁੱਟੇ ਇੱਕੋ ਹੀ ਭਾਈਚਾਰੇ ਵਿੱਚੋਂ ਹੈ। ਤਿੰਨੋਂ ਹੀ ਪਰਮਾਰ ਰਾਜਪੂਤ ਹੈ। ਤਿੰਨਾਂ ਦੀ ਹੀ ਗਿਣਤੀ ਬਹੁਤ ਘੱਟ ਹੈ। ਭੀਖੀ ਇਲਾਕੇ ਦੇ ਪੁਰਾਣੇ ਦਲਿਓ ਕੁਝ ਬਈਮਾ ਪਰਮਾ ਨੂੰ ਮੰਨਦੇ ਹੈ। ਧਲੇਵਾ ਪਿੰਡ ਦੇ ਵਸਣ ਤੋਂ ਕਾਫੀ ਸਮੇਂ ਮਗਰੋਂ ਕੁਝ ਦਲਿਓ ਜੱਟਾਂ ਦੀ ਆਰਥਿਕ ਹਾਲਤ ਵਿਗੜ ਗਈ ਤਾਂ ਉਹ ਆਪਣੇ ਮੋਢੀ ਪੁਰਾਣੇ ਪਿੰਡ ਉੱਚਾ ਪਿੰਡ ਥੇ ਜ਼ਿਲ੍ਹਾ ਲੁਧਿਆਣਾ ਤੋਂ ਪੁਰਾਣੀਆਂ ਇੱਟਾਂ ਦੀ ਬੋਰੀ ਭਰ ਕੇ ਆਪਣੇ ਪਿੰਡ ਲਿਆਏ ਤੇ ਆਪਣੇ ਘਰੇ ਲਾਈਆਂ। ਇਸ ਤਰ੍ਹਾਂ ਉਹਨਾਂ ਦੀ ਹਾਲਤ ਫੇਰ ਚੰਗੀ ਹੋ ਗਈ। ਬੀਰੋਕੇ ਪਿੰਡ ਵਿੱਚ ਵੀ ਕੁਝ ਦਲਿਓ ਜੱਟ ਆਪਣੇ ਪੁਰਾਣੇ ਪਿੰਡ ਉੱਚਾ ਪਿੰਡ ਥੇ ਤੋਂ ਕੁਝ ਇੱਟਾਂ ਆਪਣੇ ਘਰ ਲੈ ਕੇ ਆਏ ਸੀ।
ਇਸ ਤਰ੍ਹਾਂ ਉਹਨਾਂ ਦੀ ਆਰਥਿਕ ਹਾਲਤ ਵੀ ਚੰਗੀ ਹੋ ਗਈ। ਤਲੇਵਾ ਪਿੰਡ ਦੇ ਪਾਸ ਇੱਕ ਬਹੁਤ ਪੁਰਾਣਾ ਤੇ ਉੱਚਾ ਥੇ ਹੈ। ਆ ਕਾਲੀਆਂ ਬੰਗਾ ਤੇ ਸੰਗੋਲ ਦੇ ਥੇ ਨਾਲ ਸੰਬੰਧਿਤ ਲੱਗਦਾ ਹੈ। ਆ ਹੜੱਪਾ ਕਲਾਂ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਥੇ ਹੈ। ਇਸ ਬਾਰੇ ਖੋਜ ਹੋ ਰਹੀ ਹੈ। ਕਣੀਦਮ ਨੇ ਆਪਣੀ ਪੁਸਤਕ ਸਿੱਖ ਇਤਿਹਾਸ ਵਿੱਚ ਲਿਖਿਆ ਹੈ ਕਿ ਕੁਝ ਸਿੱਖ ਦਰਿਆ ਰਾਵੀ ਉੱਤੇ ਦੁੱਲੇਵਾਲਾ ਵਿੱਚ ਇੱਕ ਕਿਲਾ ਕਾਇਮ ਕਰਨ ਵਿੱਚ ਸਫਲ ਹੋ ਗਏ। ਉਸ ਵੇਲੇ ਮੁਗਲਾਂ ਦਾ ਰਾਜ ਸੀ। ਲੁਧਿਆਣਾ ਖੇਤਰ ਵਿੱਚ ਇੱਕ 500 ਸਾਲ ਪੁਰਾਣਾ ਦੁਲੇਹ ਪਿੰਡ ਹੈ। ਇਸ ਪਿੰਡ ਵਿੱਚ ਇੱਕ ਪੱਤੀ ਦੁਲੇ ਜੱਟਾਂ ਦੀ ਹੈ ਤੇ 2 ਪੱਤੀਆਂ ਗਰੇਵਾਲਾਂ ਤੇ ਢਾਲੀਵਾਲਾਂ ਦੀ ਹੈ। ਇਸ ਪਿੰਡ ਵਿੱਚ 1704 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਸੀ। ਉਹਨਾਂ ਨੇ ਫਲਾਈ ਤੇ ਦਰਖਤ ਨਾਲ ਆਪਣਾ ਘੋੜਾ ਬੰਨਿਆ ਸੀ ਤੇ ਆਰਾਮ ਕੀਤਾ ਸੀ। ਇੱਥੇ 10ਵੇਂ ਗੁਰੂ ਜੀ ਦੀ ਯਾਦ ਵਿੱਚ ਗੁਰੂ ਘਰ ਫਲਾਈ ਸਾਹਿਬ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ। ਇਸ ਪਿੰਡ ਦੇ ਦੁਲੇਵਾਂ ਨੇ ਬਹੁਤ ਉੱਨਤੀ ਕੀਤੀ ਹੈ। ਲੁਧਿਆਣਾ ਦੇ ਕੁਝ ਦੁਲੇ ਦੁਆਬੇ ਦੇ ਜਲੰਧਰ ਖੇਤਰ ਵਿੱਚ ਵੀ ਚਲੇ ਗਏ। ਫਿਲੈਰ ਦੇ ਇਲਾਕੇ ਵਿੱਚ ਪ੍ਰਤਾਪਪੁਰਾ ਦੁਲੇ ਜੱਟਾਂ ਦਾ ਇੱਕ ਉਂਗਾ ਪਿੰਡ ਹੈ। ਪੰਜਾਬੀ ਇਤਿਹਾਸਕਾਰ ਡਾਕਟਰ ਰਣਧੀਰ ਸਿੰਘ ਚੰਦ ਵੀ ਪ੍ਰਤਾਪਪੁਰੇ ਦਾ ਦੁਲੇਹ ਜੱਟ ਸੀ। ਜਗਦੇਓ ਪਾਸ ਸੁਬਦੀ ਖੁਰਦ ਪਿੰਡ ਦੇ ਦੁਲੇ ਆਪਣਾ ਪਿਛੋਕੜ ਪ੍ਰਤਾਪਪੁਰਾ ਪਿੰਡ ਵੀ ਦੱਸਦੇ ਹੈ। ਜਲੰਧਰ ਜ਼ਿਲ੍ਹੇ ਵਿੱਚ ਦੁਲੇ ਗੋਤ ਦੇ ਕਾਫੀ ਜੱਟ ਮਹੀਮਸਪੁਰ, ਸੰਗਤਪੁਰ, ਕੰਦੋਲ, ਖੁਰਦ, ਲੋਹੀਆਂ ਬੁੱਟਾ ਆਦਿ ਪਿੰਡਾਂ ਵਿੱਚ ਵਸਦੇ ਹੈ। ਲੁਧਿਆਣਾ ਦੇ ਦੁਆਬੇ ਦੇ ਦੁਲੇਓ ਗੋਤ ਦੇ ਲੋਕ ਆਪਣਾ ਗੋਤ ਦੁਲੇ ਲਿਖਦੇ ਹੈ। ਇਸ ਇਲਾਕੇ ਵਿੱਚ ਦੁਲੇ ਗੋਤ ਦੇ ਲੋਕ ਕਾਫੀ ਗਿਣਤੀ ਵਿੱਚ ਅਮਰੀਕਾ, ਕੈਨੇਡਾ ਤੇ ਬਰਤਾਨੀਆ ਵਿੱਚ ਜਾ ਕੇ ਪੱਕੇ ਤੌਰ ਤੇ ਆਬਾਦ ਹੋ ਗਏ। ਕੈਨੇਡਾ ਵਿੱਚ ਦੂਲੀ ਗੋਤ ਦੇ ਕੁਝ ਗੋਰੇ ਰਹਿੰਦੇ ਹੈ। ਇਹਨਾਂ ਦੇ ਵਡੇਰੇ ਸ਼ਾਇਦ ਪੰਜਾਬ ਵਿੱਚੋਂ ਹੀ ਗਏ ਹੋਣੇ। ਕਈ ਗੋਰੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ ਮਿਲਦੇ ਹੈ, ਜਿਵੇਂ ਮਾਨ, ਢਿੱਲੋਂ ਤੇ ਗਿੱਲ ਆਦਿ। 1634 ਈਸਵੀ ਵਿੱਚ ਬਾਦਸ਼ਾਹ ਸ਼ਾਹਜਹਾਂ ਨਾਲ ਅੰਮ੍ਰਿਤਸਰ ਦੀ ਲੜਾਈ ਲੜਨ ਮਗਰੋਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਵਿੱਚ ਆ ਗਏ। ਕੁਝ ਮਹੀਨੇ ਲੁਧਿਆਣਾ ਦੇ ਇਲਾਕੇ ਵਿੱਚ ਠਹਿਰੇ, ਫਿਰ ਬਠਿੰਡੇ ਵੱਲ ਨੂੰ ਚਲੇ ਗਏ। ਲੁਧਿਆਣਾ ਖੇਤਰ ਦੇ ਦਲਿਓ ਗੁਰੂ ਸਾਹਿਬ ਦੇ ਪੱਕੇ ਸ਼ਰਧਾਲੂ ਸੀ। ਇਸ ਸਮੇਂ ਕੁਝ ਦਲਿਓ ਮਾਨਸਾ ਦੇ ਖੇਤਰ ਵਿੱਚ ਵੀ ਆ ਗਏ। ਸ਼ਾਹਜਹਾਂ ਦੇ ਸਮੇਂ 1633 ਈਸਵੀ ਦੇ ਲਗਭਗ ਮੁਗਲਾਂ ਨਾਲ ਮਰਾਜ਼ ਦੀ ਲੜਾਈ ਵਿੱਚ ਬਰਾਣਾ ਦੇ ਨਾਲ ਦਲੇਹ ਮਹਿਲ, ਢਾਲੀਵਾਲ ਤੇ ਸਰਾਂ ਆਦਿ ਜੱਟਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ। ਗੁਰੂ ਸਾਹਿਬ ਦੇ ਦੁਸ਼ਮਣਾਂ ਦੀ ਭਾਰੀ ਹਾਰ ਹੋਈ। 6ਵੇਂ ਗੁਰੂ ਸਮੇਤ ਪਰਿਵਾਰ ਮਾਲਵੇ ਦੇ ਇਸ ਇਲਾਕੇ ਵਿੱਚ ਕਾਫੀ ਸਮਾਂ ਰਹੇ ਸੀ। 6ਵੇਂ ਗੁਰੂ ਸਮੇਂ ਮਾਲਵੇ ਦੇ ਕਾਫੀ ਜੱਟ ਸਿੱਖ ਬਣ ਗਏ ਸੀ। ਦਲੇ ਵੀ ਇਸ ਸਮੇਂ ਹੀ ਸਿੱਖ ਬਣੇ ਸੀ। ਲੁਧਿਆਣਾ ਤੋਂ ਕੁਝ ਦਲੇ ਮਾਝੇ ਦੇ ਗੁਰਦਾਸਪੁਰ ਇਲਾਕੇ ਵਿੱਚ ਗਏ। ਆਪਣੇ ਗੋਤ ਦੇ ਨਾਮ ਤੇ ਚੱਕ ਦੁਲੇ ਪਿੰਡ ਵਸਾਇਆ। ਪਾਕਿਸਤਾਨ ਦੇ ਰਾਵਲਾਪਿੰਡੀ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਦੁਲੇ ਹੈ। ਇਸ ਇਲਾਕੇ ਦੇ ਕੁਝ ਦੁਲੇ ਮੁਸਲਮਾਨ ਬਣ ਗਏ ਸੀ। ਇਸ ਇਲਾਕੇ ਵਿੱਚ ਬਹੁਤੇ ਜੱਟ ਮੁਸਲਮਾਨ ਹੀ ਸੀ, ਕੇਵਲ ਖੱਤਰੀ ਹੀ ਹਿੰਦੂ ਜਾਂ ਸਿੱਖ ਸੀ। 1225 ਈਸਵੀ ਦੇ ਮਗਰੋਂ ਜਗਦੇਓ ਵੰਸ਼ੀ ਰਾਜਪੂਤ ਖਾਨਦਾਨ ਗੁਲਾਮਾਂ ਦੇ ਸਮੇਂ ਮੁਸਲਮਾਨ ਹਾਕਮਾਂ ਤੋਂ ਹਾਰ ਗਏ। ਅਲਤਮਸ਼ ਬਹੁਤ ਕੱਟੜ ਮੁਸਲਮਾਨ ਬਾਦਸ਼ਾਹ ਸੀ। ਇਸ ਸਮੇਂ ਕੁਝ ਰਾਜਪੂਤ ਤੇ ਜੱਟ ਮੁਸਲਮਾਨ ਬਣ ਗਏ ਸੀ। ਐਸੇ ਕਾਰਨ ਜਗਦੇਓ ਵੰਸ਼ੀ ਦਲਿਓ, ਦਿਲੋ, ਔਲਖ, ਮੰਡੇਰ, ਭੁੱਟੇ, ਬੁੱਟਰ, ਕਾਹਲੋਂ ਤੇ ਸੇਖੋਂ ਆਦਿ ਇੱਕੋ ਗੋਤੀ ਕਬੀਲੇ ਭੇਸ ਬਦਲ ਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਪ੍ਰਚਲਿਤ ਕਰਕੇ ਭੂਮੀਏ ਜੱਟ ਬਣ ਕੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ ਸੀ। ਅਸਲ ਵਿੱਚ ਦਲਿਓ ਗੋਤ ਪਮਾਰ ਗੋਤ ਦਾ ਇੱਕ ਉਪਗੋਤ ਹੈ। ਵੱਡੇ ਗੋਤ ਦੇ ਮੁਕਾਬਲੇ ਉਪਗੋਤ ਦੀ ਗਿਣਤੀ ਘੱਟ ਹੀ ਹੁੰਦੀ ਹੈ। ਘੱਟ ਗਿਣਤੀ ਵਿੱਚ ਹੋਣ ਕਰਕੇ ਦਲਿਓ ਗੋਤ ਦੀ ਪੰਜਾਬ ਵਿੱਚ ਬਹੁਤੀ ਪਹਿਚਾਣ ਨਾ ਬਣ ਸਕੀ। ਪਰਮਾਰ ਰਾਜਪੂਤ ਵੀ ਹੈ ਤੇ ਜੱਟ ਵੀ। ਆ ਬਹੁਤਾ ਪੁਰਾਣਾ ਕਬੀਲਾ ਹੈ। ਅਜਨਾਲੇ ਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਪਵਾਰ ਜੱਟਾਂ ਦਾ ਗੋਤ ਹੈ। ਪਵਾਰ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹੈ, ਪਰ ਦਲਿਤ ਜਾਤੀਆਂ ਵਿੱਚ ਦਲਿਓ ਗੋਤ ਦਾ ਆਦਮੀ ਨਹੀਂ ਹੈ, ਦਲਿਓ ਜੱਟ ਹੀ ਹੈ। ਦਲਿਓ ਗੋਤ ਦੇ ਪ੍ਰੋਹਤ ਸਾਰਸਵਤ ਪੰਡਤ ਹੁੰਦੇ ਹੈ। ਕਾਸ਼ਤਰੀਆਂ ਦੇ ਵੀ ਪ੍ਰੋਹਤ ਹੁੰਦੇ ਹੈ। ਪੰਜਾਬ ਵਿੱਚ ਦਲਿਓ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਰਾਜਨੀਤੀ ਤੇ ਵਿਦਿਆ ਵਿੱਚ ਹਜੇ ਵੀ ਬਹੁਤ ਪਿੱਛੇ ਹੈ। ਵਿਦੇਸ਼ਾਂ ਵਿੱਚ ਗਏ ਦੁਲੇਵਾਂ ਨੇ ਬਹੁਤ ਉੱਨਤੀ ਕੀਤੀ ਹੈ। ਪ੍ਰੋਫੈਸਰ ਨਰਿੰਦਰ ਕੌਰ ਦੁੱਲੇ ਇੱਕ ਉਂਗੀ ਲੇਖਿਕਾ ਹੈ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜਲਦ ਹੀ ਮਿਲਦੇ ਹਾਂ ਇੱਕ ਨਵੀਂ ਗੋਤ ਨਾਲ। ਸਤਿ ਸ੍ਰੀ ਅਕਾਲ।